हेलो स्टूडेंट, वेलकम टू प्रताप अकेडमी एग्जाम की क्लासेस। ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਅਸੀਂ ਕਰੰਟ ਅਫੇਅਰ ਐਮਸੀਕਿਊ ਸਟਾਰਟ ਕੀਤੇ ਸੀ। ਜਨਵਰੀ ਤੋਂ ਅਪ੍ਰੈਲ ਤੱਕ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਅਸੀਂ ਕਵਰ ਕਰਾਂਗੇ। ਠੀਕ ਹੈ, ਇਹਦੇ ਵਿੱਚ ਅਸੀਂ ਨੈਕਸਟ ਕਰਦੇ ਹਾਂ ਜਿਹੜੇ ਕੁਐਸਚਨ ਅਸੀਂ ਕਵਰ ਕਰਨੇ ਆ। ਇਹ ਸਾਡੇ ਹੋ ਗਏ ਸੀ। ਠੀਕ ਹੈ, ਬਾਕੀ ਸਾਡਾ ਮਤਲਬ ਪ੍ਰਤਾਪ ਅਕੈਡਮੀ ਤੇ ਸਾਡੇ ਬੈਚ ਸਟਾਰਟ ਨੇ। ਅਗਰ ਤੁਸੀਂ ਫੁੱਲ ਸਿਲੇਬਸ ਵਾਲਾ ਵੀ ਬੈਚ ਲੈਣਾ ਉਹ ਵੀ ਸਾਡਾ ਅਵੇਲੇਬਲ ਹੈ। ਤੁਸੀਂ ਕਿਰਨ 68 ਕੋਡ ਯੂਜ਼ ਕਰ ਸਕਦੇ ਹੋ। ਵੈਸੇ ਜਿਹੜਾ ਫੁੱਲ ਕੋਰਸ 1 ਸਾਲ ਤੱਕ ਅਵੇਲੇਬਲ ਰਹੇਗਾ। ਠੀਕ ਹੈ, 4000 ਦੀ ਫੀਸ ਹੈ, ਬਟ ਇਹਦੇ ਵਿੱਚ ਅਗਰ ਤੁਸੀਂ ਕਿਰਨ 68 ਕੋਡ ਯੂਜ਼ ਕਰਦੇ ਹੋ ਤਾਂ 20% ਤੁਹਾਨੂੰ ਇਹ ਤੇ ਆਫ ਮਿਲ ਜਾਏਗਾ। ਬਾਕੀ ਜਿਹੜੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਉਹ ਇਹਨਾਂ ਨੰਬਰਾਂ ਤੇ ਮਿਲ ਜਾਏਗੀ। ਓਕੇ, दूसरा एग्जाम जो पीपीएससी कोऑपरेटिव इंस्पैक्टर का एग्जाम है, ਇਹਦਾ ਵੀ ਫੁੱਲ ਸਿਲੇਬਸ ਅਵੇਲੇਬਲ ਹੈ ਸਾਡੇ ਕੋਲ। ਠੀਕ ਹੈ, ਕਰੰਟ ਅਫੇਅਰ ਇਹਦੇ ਵਿੱਚ ਐਮਸੀਕਿਊ ਵੀ ਕਰਾਏ ਜਾਣਗੇ। ਠੀਕ ਹੈ, ਅਗਰ ਤੁਸੀਂ ਉਹ ਐਮਸੀਕਿਊ ਵੀ ਸੋਲਵ ਕਰ ਲੈਂਦੇ ਹੋ ਤਾਂ ਵੀ ਤੁਹਾਡਾ ਮਤਲਬ एग्जाम क्लियर हो जाएगा। ओके, मोस्ट इंपॉर्टेंट क्वेश्चन जो एग्जाम च बार बार रिपीट होंगे वो करवाए हैं, कॉन्सैप्ट करवाए हुए हैं। ओके, बहुत ही अफोर्डेबल फीस है, ਤੁਸੀਂ ਇਹ ਕੋਰਸ ਲੈ ਸਕਦੇ ਹੋ। ਠੀਕ ਹੈ, ਅਸੀਂ ਹੁਣ ਆਉਂਦੇ ਹਾਂ ਕਰੰਟ ਅਫੇਅਰ ਤੇ ਜਿਹੜੇ ਅਸੀਂ ਸਟਾਰਟ ਕੀਤੇ ਸੀ। ਓਕੇ, ठीक है, नेक्स्ट क्वेश्चन है कि विच ऑफ द फॉलोइंग इज द एम ऑफ इंटेंसिफाइड मिशन इंद्रधनुष। पहला ठीक है, एक मिशन आया सी इंद्रधनुष मिशन आया सी। ਇਹਦੇ ਬਾਰੇ ਪਹਿਲਾਂ ਪੜ੍ਹ ਲੈਂਦੇ ਕਿ ਮਿਸ਼ਨ ਇੰਦਰਧਨੁਸ਼ ਕਿਹਦੇ ਨਾਲ ਰਿਲੇਟਡ ਹੈ। ਠੀਕ ਹੈ, ਵੈਸੇ ਇਹਨੂੰ ਕਨਫਿਊਜ਼ ਨਾ ਹੋਇਆ, ਦੋ ਇੰਦਰਧਨੁਸ਼ ਹੈ, ਇੱਕ ਤੇ ਬੈਂਕਾਂ ਨਾਲ ਰਿਲੇਟਡ ਹੈ ਕਿ ਬੈਂਕਾਂ ਵਿੱਚ ਰਿਫਾਰਮ ਕਰਨਾ ਵਾ, ਇੱਕ ਉਹ ਮਿਸ਼ਨ ਹੈ ਇੰਦਰਧਨੁਸ਼। ਇੱਕ ਮਿਸ਼ਨ ਇੰਦਰਧਨੁਸ਼ ਰਿਲੇਟਡ ਹੈ ਹੈਲਥ ਦੇ ਨਾਲ। ਕਿਹਦੇ ਨਾਲ ਰਿਲੇਟਡ ਹੈ? ਹੈਲਥ ਦੇ ਨਾਲ। ਇਹ ਲਾਂਚ ਹੋਇਆ ਸੀ 2000 ਮਤਲਬ 2017 ਚ ਦੂਸਰਾ ਹੋਇਆ ਸੀ। ਉਸ ਤੋਂ ਪਹਿਲਾਂ 2016 ਵਿੱਚ ਸ਼ਾਇਦ ਹੋਇਆ ਸੀ। ਠੀਕ ਹੈ, ਮਿਸ਼ਨ ਇੰਦਰਧਨੁਸ਼ ਹੈ ਕੀ ਹੈ? ਮਿਸ਼ਨ ਇੰਦਰਧਨੁਸ਼ ਇਹ ਕੀ ਹੈ ਕਿ ਮਤਲਬ ਵੈਕਸੀਨੇਸ਼ਨ ਕੀਤਾ ਜਾਏਗਾ, ਇਹਦੇ ਵਿੱਚ ਟੀਕਾਕਰਨ ਦਿੱਤਾ ਜਾਏਗਾ। ਠੀਕ ਹੈ, ਜਿਹੜੇ ਛੋਟੇ ਬੱਚੇ ਹੈ, ਹੁਣ ਛੋਟੇ ਬੱਚਿਆਂ ਨੂੰ ਕੀ ਹੈ ਕਿ ਬਚਪਨ ਤੋਂ ਕਈ ਬਿਮਾਰੀਆਂ ਲੱਗ ਜਾਂਦੀਆਂ। ਠੀਕ ਹੈ, ਉਹਨਾਂ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਨੂੰ ਕੀ ਹੈ ਟੀਕੇ ਲਾਏ ਜਾਂਦੇ ਆ। ਠੀਕ ਹੈ, ਤੇ ਇਹਦੇ ਅੰਡਰ ਜਿਹੜਾ ਮਿਸ਼ਨ ਇੰਦਰਧਨੁਸ਼, ਜਿਹੜਾ ਪਹਿਲਾ ਮਿਸ਼ਨ ਇੰਦਰਧਨੁਸ਼ ਆਇਆ ਸੀ ਉਹਦੇ ਅੰਡਰ ਜਿਹੜੀਆਂ ਵਾ, ਠੀਕ ਹੈ 8 ਜਿਹੜੀਆਂ 12 ਸੋਰੀ 12 12 ठीक है 12 ਜਿਹੜੀਆਂ 12 ਇਹੋ ਜਿਹੇ ਮਤਲਬ ਕਿ ਵੈਕਸੀਨ ਕੀਤਾ ਜਾਏਗਾ। ਠੀਕ ਹੈ, ਜੇ 12 ਮੰਨ ਲਓ ਇਹੋ ਜਿਹੀ ਬਿਮਾਰੀਆਂ ਵਾ ਜਿਹਦਾ ਟੀਕਾਕਰਨ ਜਿਹੜਾ ਬੱਚਿਆਂ ਨੂੰ ਜ਼ਰੂਰੀ ਹੈ ਦੇਣਾ। ਠੀਕ ਹੈ, ਇਹਦੇ ਕਿਹੜੀਆਂ ਕਿਹੜੀਆਂ ਪੇਪਰ 'ਚ ਪੁੱਛਿਆ ਜਾ ਸਕਦਾ? ਡਾਇਰੀਆ, ਠੀਕ ਹੈ, ਵੋਪਿੰਗ ਕਫ, ਟੈਟਨਸ, ਪੋਲੀਓ, ट्यूबरक्लोसिस, हेपेटाइट बी, मैनगिटिस, निमोनिया, ठीक है, इन्फ्लुएंजा टाइप बी इन्फेक्शन, जैपनीज इंसेफेलाइटिस, रोटावायरस वैक्सीन। ठीक है, ਤੇ ਇਹ ਕੁਐਸਚਨ ਜਿਵੇਂ ਇੱਕ ਰੂਬੇਲਾ। ਠੀਕ ਹੈ, ਹੁਣ ਇਹ ਸਭ ਤੁਹਾਨੂੰ ਮਿਲ ਜਾਣਗੀਆਂ। ਠੀਕ ਹੈ, ਤੁਸੀਂ ਇਕੱਠੀਆਂ ਇਹਨਾਂ ਦਾ ਨੋਟਸ ਬਣਾ ਲਿਓ ਕਿ ਕਿਹੜੀਆਂ ਜ਼ਿਆਦਾ ਤੁਹਾਨੂੰ ਸਿੰਪਲ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਬਿਮਾਰੀਆਂ ਤੇ ਮਤਲਬ ਕਿ ਟੀਕਾਕਰਨ ਦਿੱਤਾ ਜਾਂਦਾ ਇੰਦਰਧਨੁਸ਼ ਸਕੀਮ ਦੇ ਅੰਦਰ। ਠੀਕ ਹੈ, ਵੈਕਸੀਨੇਸ਼ਨ ਕੀਤਾ ਜਾਂਦਾ ਉਹਨਾਂ ਦਾ। ਠੀਕ ਹੈ, 12 ਇਹੋ ਜਿਹੇ ਟੀਕੇ ਉਹਨਾਂ ਨੂੰ ਦਿੱਤੇ ਜਾਂਦੇ ਆ। ਓਕੇ, ਤੇ ਮਤਲਬ ਇਹਦੇ ਨਾਲ ਕੀ ਹੈ ਕਿ ਹੁਣ ਬੱਚੇ ਜਿੱਦਾਂ ਇਹ ਕਿ ਉਹਨਾਂ ਨੂੰ ਅਗਰ ਬਚਪਨ ਵਿੱਚ ਇੰਜੈਕਸ਼ਨ ਲੱਗ ਜਾਣਗੇ। ਠੀਕ ਹੈ, ਜਿਹੜੇ ਜ਼ਰੂਰੀ ਇੰਜੈਕਸ਼ਨ ਹੈ, ਜਿਹੜੇ 12 ਜ਼ਰੂਰੀ ਇੰਜੈਕਸ਼ਨ ਹੈ, ਅਗਰ ਉਹਨਾਂ ਨੂੰ ਬਚਪਨ ਵਿੱਚ ਹੀ ਲੱਗ ਜਾਣਗੇ ਤਾਂ ਉਹਦੇ ਨਾਲ ਕੀ ਹੈ ਉਹਨਾਂ ਦੀ ਇਮਿਊਨਿਟੀ ਵਧੇਗੀ ਕਿ ਜਿੱਦਾਂ ਇੰਡੀਆ ਵਿੱਚ ਜਿਹੜਾ ਚਾਈਲਡ ਮੋਰਟੈਲਿਟੀ ਰੇਟ ਹੈ। ਠੀਕ ਹੈ, ਕਿ ਉਹਨਾਂ ਦੀ ਮਤਲਬ ਘੱਟ ਉਮਰ 'ਚ ਉਹਨਾਂ ਦੀ ਕੀ ਹੋ ਜਾਂਦੀ, ਡੈਥ ਹੋ ਜਾਂਦੀ, ਜਾਂ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ। ਠੀਕ ਹੈ, ਪੋਲੀਓ ਦੀ ਕਾਫੀ ਬਿਮਾਰੀ ਮਤਲਬ ਨਿਊਜ਼ ਵਿੱਚ ਰਹੀ ਸੀ ਪਹਿਲਾਂ ਵੀ। ਠੀਕ ਹੈ, ਤੇ ਉਹਨਾਂ ਤੋਂ ਉਤੋਂ ਕੀ ਉਹਨਾਂ ਦਾ ਬਚਾਅ ਹੋ ਜਾਏਗਾ। ਠੀਕ ਹੈ, ਤੇ ਇੰਦਰਧਨੁਸ਼ ਜਿਹੜੀ ਪਹੁੰਚ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀ ਹੈ। ਠੀਕ ਹੈ, ਕਿਉਂਕਿ ਹੈਲਥ ਨਾਲ ਰਿਲੇਟਡ ਹੈ ਤੇ ਮਿਨਿਸਟਰੀ ਵੀ ਸੇਮ ਹੀ ਹੋਏਗੀ। ਠੀਕ ਹੈ, ਉਸ ਤੋਂ ਬਾਅਦ ਇਸ ਪਹਿਲਾਂ ਇੰਦਰਧਨੁਸ਼ ਲਾਂਚ ਕੀਤਾ, ਫਿਰ ਉਹਨੇ ਦੂਸਰਾ ਮਿਸ਼ਨ ਲਾਂਚ ਕੀਤਾ ਮਿਸ਼ਨ ਇੰਦਰਧਨੁਸ਼ ਦੇ ਅੰਦਰ 2.0। ਠੀਕ ਹੈ, ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਦੇ ਨਾਮ ਨਾਲ ਜਾਣਿਆ ਜਾਂਦਾ। ਇਹ 2017 ਚ ਲਾਂਚ ਕੀਤਾ ਸੀ ਉਹਨਾਂ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਤੀਸਰਾ ਲਾਂਚ ਕੀਤਾ। ਠੀਕ ਹੈ, ਤੀਸਰਾ 2021 ਚ ਲਾਂਚ ਕੀਤਾ। ਹੁਣ ਚੌਥਾ ਲਾਂਚ ਕਰਨ ਲੱਗੇ 2022 ਵਿੱਚ। ਠੀਕ ਹੈ, 4 ਲਾਂਚ ਹੋ ਚੁੱਕੇ ਆ। ਪਹਿਲਾ ਸਿੰਪਲ ਇੰਦਰਧਨੁਸ਼, ਇਹਦੇ ਅੰਦਰ ਕੀ ਹੈ ਕਿ 12 ਟੀਕੇ ਲਾਏ ਜਾਣਗੇ ਬੱਚਿਆਂ ਨੂੰ। ਠੀਕ ਹੈ, ਤਾਂ ਕਿ ਉਹਨਾਂ ਦੀ ਇਮਿਊਨਿਟੀ ਬਣੀ ਰਹੇ। ਫਿਰ ਦੂਸਰਾ ਮਿਸ਼ਨ ਆਇਆ ਸੀ 2017 ਵਿੱਚ। ਠੀਕ ਹੈ, ਸੋਰੀ ਇੰਟੈਂਸੀਫਾਈਡ ਮਿਸ਼ਨ ਆਇਆ 2017 ਵਿੱਚ। ਇਹਦੇ ਵਿੱਚ ਫੋਕਸ ਕੀਤਾ ਗਿਆ ਸੀ ਕਿ ਅਰਬਨ ਏਰੀਆ ਵਿੱਚ ਮਤਲਬ ਕਿ ਦੇਖਣਾ ਕਿ ਬੱਚਿਆਂ ਨੂੰ ਇੰਜੈਕਸ਼ਨ ਲੱਗੇ ਆ। ਠੀਕ ਹੈ, ਪ੍ਰੈਗਨੈਂਟ ਵੂਮਨਸ ਵੀ ਕਵਰ ਕੀਤੀਆਂ ਜਾਂਦੀਆਂ ਇਹਦੇ ਵਿੱਚ। ਓਕੇ, ਉਸ ਤੋਂ ਬਾਅਦ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਆਇਆ ਸੀ 2.0। ਠੀਕ ਹੈ, 2019 ਵਿੱਚ ਆਇਆ ਸੀ। ਇਹਦੇ ਅੰਦਰ ਕੀ ਫੁੱਲ ਇਮਿਊਨਾਈਜੇਸ਼ਨ ਜਿਹੜੀਆਂ ਭਾਰਤ ਦੀਆਂ ਜਿੰਨੀਆਂ ਵੀ ਸਟੇਟਾਂ ਉਹ 'ਚ ਦੇਖਣਾ ਕਿ ਸਾਰਿਆਂ ਦਾ ਟੀਕਾ ਲੱਗਾ ਬੱਚਿਆਂ ਦੇ। ਠੀਕ ਹੈ, ਇੰਟੈਂਸੀਫਾਈਡ ਮਿਸ਼ਨ 3.0 2021 ਵਿੱਚ ਆਇਆ। ਠੀਕ ਹੈ, ਉਸ ਤੋਂ ਬਾਅਦ ਜੋ 4th ਆਇਆ
जो हुण ਚੱਲਣ ਦਿਆ ਮਿਸ਼ਨ, ठीक है। ਇਹਦੇ ਅੰਦਰ ਇਹਨਾਂ ਨੇ ਹੁਣ ਸਟੇਟਮੈਂਟ ਪੁੱਛੀ ਹੈ ਕਿ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਹੈ, ਇਹਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ। ਕਿ ਪਹਿਲੀ ਸਟੇਟਮੈਂਟ ਇਹ ਕਹਿੰਦੀ ਹੈ ਕਿ ਹਰੇਕ ਬੱਚੇ ਤੱਕ ਪਹੁੰਚਣਾ ਜੋ ਕਿ 2 ਸਾਲ ਦੀ ਏਜ ਦਾ ਵਾ, ਤੇ ਆਲ ਪ੍ਰੈਗਨੈਂਟ ਵੂਮਨ ਨੂੰ ਵੀ ਇੰਜੈਕਸ਼ਨ ਲੱਗਣਾ ਇਨ ਆਲ ਐਸਪੀਰੈਂਟ ਡਿਸਟ੍ਰਿਕਟ। ਇਹਨਾਂ ਨੇ ਕਿਹਾ ਕਿ ਸਿਰਫ ਐਸਪੀਰੈਂਟ ਡਿਸਟ੍ਰਿਕਟ ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਕਿਹੜੀਆਂ ਵਾ, ਠੀਕ ਹੈ। ਨੀਤੀ ਆਯੋਗ ਦੀ ਇੱਕ ਸਕੀਮ ਆਈ ਸੀ ਐਸਪੀਰੇਸ਼ਨਲ ਡਿਸਟ੍ਰਿਕਟ, ਉਹਦੇ ਵਿੱਚ ਕੀ ਸੀ ਕਿ ਨੀਤੀ ਆਯੋਗ ਨੇ ਕਿਹਾ ਕਿ ਜਿਹੜੇ ਬੈਕਵਰਡ ਜ਼ਿਲ੍ਹੇ ਆ ਉਹਨਾਂ ਨੂੰ ਇੰਪਰੂਵ ਕੀਤਾ ਜਾਏ। ਤੇ ਪਹਿਲੀ ਸਟੇਟਮੈਂਟ ਕਹਿੰਦੀ ਹੈ ਕਿ ਜਿਹੜਾ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਹੈ ਉਹ ਸਿਰਫ ਉਹਨਾਂ ਜਿਹੜੇ ਐਸਪੀਰੇਸ਼ਨਲ ਜ਼ਿਲ੍ਹੇ, ਬੈਕਵਰਡ ਜ਼ਿਲ੍ਹੇ, ਸਿਰਫ ਉੱਥੇ ਜਿਹੜੀ ਪ੍ਰੈਗਨੈਂਟ ਵੂਮੈਨ ਹੈ ਉਹਨਾਂ ਨੂੰ ਵੈਕਸੀਨ ਕੀਤਾ ਜਾਏਗਾ, ਜਾਂ ਉਹਨਾਂ ਦੇ 2 ਸਾਲ ਜਾਂ ਫਿਰ 2 ਸਾਲ ਦੇ ਬੱਚੇ ਨੂੰ। ਇਹ ਸਟੇਟਮੈਂਟ ਗਲਤ ਹੈ, ਕਿਉਂਕਿ ਜਿਹੜਾ ਇਹ ਮਤਲਬ ਕਿ ਮਿਸ਼ਨ ਹੈ ਇਹ ਸਾਰਿਆਂ ਲਈ ਹੈ, 2 ਸਾਲ ਦੇ ਬੱਚਿਆਂ ਲਈ ਤੇ ਸਾਰੇ ਪ੍ਰੈਗਨੈਂਟ ਵੂਮਨ ਲਈ। ਓਕੇ, ਦੂਸਰੀ ਸਟੇਟਮੈਂਟ, ਠੀਕ ਹੈ। ਦੂਸਰੀ ਸਟੇਟਮੈਂਟ ਕੀ ਕਹਿੰਦੀ ਹੈ? ਦੂਸਰੀ ਸਟੇਟਮੈਂਟ ਕਹਿ ਰਹੀ ਹੈ ਕਿ ਟੂ ਰੀਚ each and every child up to 2 year age all those pregnant who have been left uncovered, ठीक है। ਇਹ ਸਟੇਟਮੈਂਟ ਸਹੀ ਹੈ। ਇਹ ਸਟੇਟਮੈਂਟ ਕਹਿ ਰਹੀ 2 ਸਾਲ ਤੇ ਹਰੇਕ ਬੱਚੇ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ, ਤੇ ਜਿੰਨੀਆਂ ਵੀ ਪ੍ਰੈਗਨੈਂਟ ਵੂਮਨ ਜਿਹੜੀਆਂ ਮਤਲਬ ਪੈਂਡੈਮਿਕ ਕਰਕੇ, ਜਦੋਂ COVID-19 ਸੀ, ਲੋਕਡਾਊਨ ਲੱਗ ਗਿਆ ਸੀ, ਉਹਦੇ ਕਰਕੇ ਉਹਨਾਂ ਦਾ ਵੈਕਸੀਨੇਸ਼ਨ ਨਹੀਂ ਹੋ ਪਾਇਆ, ਇੰਜੈਕਸ਼ਨ ਨਹੀਂ ਲੱਗ ਪਾਏ ਸੀ, ਤੇ ਉਹਨਾਂ ਨੂੰ ਕਵਰ ਕੀਤਾ ਜਾਏਗਾ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼, ਜਿਹੜਾ ਨਵਾਂ 4th वर्जन लॉन्च होया था, ठीक है। दूसरी स्टेटमेंट गलत है क्योंकि इतने 5 साल लिखा है, स्टेटमेंट गलत है। 5 साल दे नहीं, मतलब 2 साल के बच्चे तो ही हो जाता है, ठीक है। अगेंस्ट प्रिवेंटेबल वायरल डिसीज, ये भी गलत है क्योंकि ये 12 वैक्सीन है, ठीक है, उन्होंने कवर किया जाएगा। ओके, सिंपल समझ आ गया तुहानू। सिंपल ये याद रखना इंद्रधनुष किहदे नाल रिलेटेड है। इंद्रधनुष मिशन जिहड़ा वा बच्चों च इम्यूनिटी वधाई रखण लई, ठीक है, बच्चों नू बीमारियों तो मुक्त करन लई टीकाकरण हुंदा, जिहदे विच प्रैगनेंट वूमेन्स भी कवर हुंदियां, ठीक है। आल वूमेन, ये नहीं है, ये भी याद रखना कि सारियां वूमेन, भारत दी जिन्नियां भी प्रैगनेंट वूमेन है वो सारियां इहदे अंदर कवर कीतियां जाणगियां। ते मेन काम क्योंकि इम्यूनाइजेशन वधाना, मतलब इम्यूनिटी वधाना बच्चों दे विच, प्रैगनेंट वूमेन्स दे विच, ठीक है। ते सरकार दा गोल है, एम है, सस्टेनेबल डेवलपमेंट गोल है कि जेह्ड़ा प्रिवेंट डेथ हुंदी है बच्चों दी इन्हां बीमारियां करके, उन्हां 2030 तक, ठीक है, 2030 तक 2030 तक बिल्कुल ही खत्म कर दिता जाए, मतलब उन्होंने इन्हां बीमारियां करके उन्होंने मौत ना होए, ठीक है। फिर इम्यूनाइजेशन किया जाएगा, ठीक है, इम्यूनिटी प्रोवाइड की जाएगी। नेक्स्ट क्वेश्चन है कि नैनो, इत्थे नैनो आएगा, Nanophotonik is an emerging area of science to study the interaction of matter and light at nanometer scale. Which of the following are possible application of nanophotonics? ठीक है, पहला यार साइंस का क्वेश्चन है। नैनो टेक्नोलॉजी ਜਿਹੜੀ ਹੈ ਬਹੁਤ ਹੀ ਫੇਮਸ और बहुत ही ਵਧੀਆ ਟੈਕਨੋਲੋਜੀ ਹੈ। ਨੈਨੋ ਟੈਕਨੋਲੋਜੀ ਦੇ ਬੈਨੀਫਿਟ ਹਰੇਕ ਜਗ੍ਹਾ ਵਾ, ਠੀਕ ਹੈ। ਹੁਣ ਜੇ ਤੁਹਾਨੂੰ ਨਹੀਂ ਵੀ ਪਤਾ ਕਿ ਜੇ ਮਤਲਬ ਕਿ ਨੈਨੋ ਟੈਕਨੋਲੋਜੀ ਦਾ ਫਾਇਦਾ ऑप्टिकल स्विचिंग ऑफ टेलीकम्युनिकेशन ਵਿੱਚ ਵੀ ਹੈ, ऑर्गेनिक लाइट एमिटिंग डियोड्स ਵਿੱਚ ਵੀ ਹੈ, कलर चेंजिंग पेंट्स ਵਿੱਚ ਵੀ ਹੈ। अगर ਤੁਹਾਨੂੰ ਇਹ ਨਹੀਂ ਵੀ ਪਤਾ ਫਿਰ ਵੀ ਉਹਨਾਂ ਨੇ ਕੀ ਕਿਹਾ पॉसिबल एप्लीकेशन, ठीक है। ਹੁਣ ਸਾਇੰਸ ਹੈ, ਸਾਇੰਸ ਵਿੱਚ ਕੀ ਹੈ ਕਿ ਮਤਲਬ ਕੋਈ ਵੀ ਚੀਜ਼ ਦੀ ਖੋਜ ਹੁੰਦੀ, ਹੋ ਸਕਦਾ ਕਿ ਉਹਦੇ ਕੱਲ ਨੂੰ ਇਹ ਵੀ ਫਾਇਦੇ ਹੋਣ, ਠੀਕ ਹੈ। ਕੋਈ ਵੀ ਜਿੱਦਾਂ ਜੈਨੇਟਿਕ ਇੰਜੀਨੀਅਰਿੰਗ ਹੈ, ਠੀਕ ਹੈ, ਕੋਈ ਵੀ ਐਸੀ ਕੋਈ ਐਪਲੀਕੇਸ਼ਨ ਆਈ, ਕੋਈ ਵੀ ਸਰਕਾਰ ਨੇ ਕੋਈ ਲਾਂਚ ਮਤਲਬ ਕਿ ਸਾਇੰਸ ਨੇ ਕੋਈ ਖੋਜ ਕੀਤੀ, ਤੇ ਉਹ ਕਹਿਣ ਕਿ ਇਹਦੇ ਇਹ ਵੀ ਫਾਇਦੇ ਹੋ ਸਕਦੇ, ਤੇ ਹੋ ਸਕਦੇ ਆ, ਪੋਸੀਬਲ ਹੈ ਕਿ ਉਹਦੇ ਤੋਂ, ਕਿਉਂਕਿ ਰਿਸਰਚ ਹੁੰਦੀ ਰਹਿੰਦੀ ਹੈ। ਔਰ ਜਿੱਥੇ ਗੱਲ ਆ ਜੀ ਨੈਨੋ ਟੈਕਨੋਲੋਜੀ ਦੀ, ਤੇ ਨੈਨੋ ਟੈਕਨੋਲੋਜੀ ਐਸੀ ਟੈਕਨੋਲੋਜੀ ਹੈ ਜਿਹਦੇ ਮਤਲਬ ਕਿ ਅਨਲਿਮਿਟਿਡ ਬੈਨੀਫਿਟ ਹੈ, ਠੀਕ ਹੈ। ਤੇ ਇਹੋ ਜਿਹੇ ਕੁਐਸਚਨ ਨੂੰ ਬਿਨਾਂ ਮਤਲਬ ਚੈੱਕ ਕੀਤੇ ਸਿੱਧਾ ਤੁਸੀਂ ਮਤਲਬ ਸਾਰੇ ਸਹੀ ਕਰ ਸਕਦੇ ਹੋ, ਠੀਕ ਹੈ। ਕਿ ਨੈਨੋ ਟੈਕਨੋਲੋਜੀ ਕਲਰ ਚੇਂਜਿੰਗ ਪੇਂਟਸ ਵਿੱਚ, ऑर्गेनिक लाइट ਵਿੱਚ, ਟੈਲੀਕਮਿਊਨੀਕੇਸ਼ਨ ਵਿੱਚ ਯੂਜ਼ ਨਹੀਂ, ਹਾਂ, ਕਿਉਂਕਿ ਨੈਨੋ ਟੈਕਨੋਲੋਜੀ ਦਾ ਬਹੁਤ, ਅਗਰ ਤੁਸੀਂ ਇਹਨੂੰ ਡਿਟੇਲ 'ਚ ਨੈਨੋ ਟੈਕਨੋਲੋਜੀ ਪੜ੍ਹੋਗੇ, ਫਿਲਹਾਲ ਤੇ ਅਸੀਂ ਕੁਐਸਚਨਸ ਕਰ ਰਹੇ ਹਾਂ, ਜਦੋਂ ਤੁਸੀਂ ਨੈਨੋ ਟੈਕਨੋਲੋਜੀ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇ ਕਿ ਨੈਨੋ ਟੈਕਨੋਲੋਜੀ ਦੇ ਕਿੰਨੇ ਜ਼ਿਆਦਾ ਬੈਨੀਫਿਟਸ ਨੇ, ਠੀਕ ਹੈ। ਹਰੇਕ ਮੈਡੀਕਲ ਹੋਵੇ, ਸਾਇੰਸ ਹੋਵੇ, ਸਪੇਸ ਹੋਵੇ, ਹਰੇਕ ਜਗ੍ਹਾ ਨੈਨੋ ਟੈਕਨੋਲੋਜੀ ਹੈ। नेक्स्ट क्वेश्चन है फ्लोटिंग सोलर पावर प्लांट, ठीक है। फ्लोटिंग सोलर पावर प्लांट ਜਿਹੜਾ ਸੀ ਇਹ ਵੀ ਨਿਊਜ਼ ਵਿੱਚ ਸੀ, ਠੀਕ ਹੈ। ਸਰਕਾਰ ਦਾ ਟਾਰਗੇਟ ਹੈ ਕਿ ਰੀਨਿਊਏਬਲ એનર્ਜੀ ਨੂੰ ਜ਼ਿਆਦਾ ਵਧਾਉਣਾ, ਠੀਕ ਹੈ। ਸਰਕਾਰ ਦਾ ਟਾਰਗੇਟ, ਇਹ ਵੀ ਕੁਐਸਚਨ ਆ ਸਕਦਾ ਕਿ ਸਰਕਾਰ ਦਾ ਟਾਰਗੇਟ ਹੈ ਕਿ 175 ਗੀਗਾਵਾਟ, ਠੀਕ ਹੈ, ਜਿਹੜੀ ਹੈ ਰੀਨਿਊਏਬਲ એનર્ਜੀ, ਠੀਕ ਹੈ, ਜਿਹੜੀ એનર્ਜੀ ਹੈ, ਕਿਉਂਕਿ ਅਸੀਂ ਕੀ ਹੈ ਕੋਲ ਤੇ ਡਿਪੈਂਡ ਰਹਿੰਦੇ ਆ, ਦੂਸਰੇ ਕੰਟਰੀਆਂ ਤੋਂ ਕੋਲ ਮੰਗਾਉਂਦੇ ਆ,
ਤੇ ਕਰੂਡ ਕੱਚਾ ਤੇਲ ਮੰਗਾਣੇ, ਉਹਦੇ ਨਾਲ ਕੀ ਹੈ ਕਿ ਸਰਕਾਰ ਤੇ ਮਤਲਬ ਕਰਜ਼ਾ ਵੱਧਦਾ ਦਾ ਬਰਡਨ ਵੱਧਦਾ ਵਾ, ਠੀਕ ਹੈ, ਇੰਟਰਸਟ ਹੀ ਦਿੰਦੇ ਰਹਿ ਜਾਂਦੇ। ਤੇ ਅਗਰ ਸਾਡੇ ਦੇਸ਼ ਵਿੱਚ ਕੀ ਹੈ ਕਿ ਸਾਡਾ ਦੇਸ਼ ਰਿਚ ਰਿਸੋਰਸ ਹੈ, ਕਾਹਦੇ ਵਿੱਚ, ਸੋਲਰ એનર્ਜੀ ਵਿੱਚ, ਵਿੰਡ એનર્ਜੀ ਵਿੱਚ, ਥਰਮਲ ਮਤਲਬ ਥਰਮਲ ਤਾਂ ਫਿਰ ਵੀ ਠੀਕ ਹੈ, ਹਾਈਡਰੋ એનર્ਜੀ ਵਿੱਚ, ਕਿਉਂਕਿ ਰਿਵਰਸ ਹੈ, ਡੈਮ ਹੈ ਇੱਥੇ। ਤੇ ਸਰਕਾਰ ਦਾ ਇਹ ਕਿ ਅਸੀਂ ਇਹਨਾਂ ਦੇ ਥਰੂ, ਰੀਨਿਊਬਲ એનર્ਜੀ ਦੇ ਥਰੂ ਮਤਲਬ ਕਿ એનર્ਜੀ ਵਧਾਈ ਹੈ। ਜਿਵੇਂ ਮਤਲਬ ਕਿ ਹੁਣ ਕੋਲੇ ਦੀ ਜ਼ਰੂਰਤ ਹੁੰਦੀ ਹੈ ਇਲੈਕਟ੍ਰਿਸਿਟੀ ਲਈ, ਠੀਕ ਹੈ, ਤੇ ਅਗਰ ਰਿਨਿਊਬਲ એનર્ਜੀ ਜ਼ਿਆਦਾ ਹੋਏਗੀ ਤੇ ਸਾਡੀ ਜਿਹੜੀ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਹੈ ਉਹ ਵੀ ਕੀ ਸੋਲਵ ਹੋ ਜਾਏਗੀ। ਓਕੇ, ਤੇ ਇਸ ਕਰਕੇ ਮਤਲਬ 175 ਜੀ ਮਤਲਬ ਇੰਨੀ ਅਸੀਂ એનર્ਜੀ ਟਾਰਗੇਟ ਸੈੱਟ ਕੀਤਾ। ਕਦੋਂ ਪੂਰੀ ਕਰਾਂਗੇ ਅਸੀਂ? 2022, ਮਤਲਬ ਵੈਸੇ ਤਾਂ ਹੋਣੀ 2022 ਵਿੱਚ ਇਸ ਸਾਲ, ਬਟ ਹਾਲੇ ਚੱਲ ਰਿਹਾ ਹੈ, ਦੇਖੋ ਹੁੰਦੀ ਪੂਰੀ ਕਿ ਨਹੀਂ। ਤੇ ਇਹਦੇ ਵਿੱਚੋਂ ਜਿਹੜੀ 100 ਗੀਗਾਵਾਟ ਹੈ, ਠੀਕ ਹੈ, 100 ਪ੍ਰੋਡਿਊਸ ਕੀਤੀ ਜਾਏਗੀ, ਜਿਹੜੀ ਉਹ ਸੋਲਰ એનર્ਜੀ ਮਤਲਬ ਇਹ ਤੋਂ ਸੋਲਰ એનર્ਜੀ ਤੋਂ ਪ੍ਰੋਡਿਊਸ ਕੀਤੀ। ਸੋਲਰ એનર્ਜੀ ਮਤਲਬ ਸੂਰਜ ਦੀ ਰੋਸ਼ਨੀ, ਠੀਕ ਹੈ। 175 ਤੋਂ ਜਿਹੜੀ 100 ਹੈ ਉਹ ਕਿੱਥੋਂ ਕੀਤੀ ਜਾਏਗੀ? ਸੋਲਰ એનર્ਜੀ ਤੋਂ ਪ੍ਰੋਡਿਊਸ ਕੀਤੀ ਹੈ। ਸੋਲਰ એનર્ਜੀ ਹੁੰਦਾ ਸੂਰਜ ਦੀ ਰੋਸ਼ਨੀ ਤੋਂ, ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਉਹ ਟ੍ਰੋਪੀਕਲ ਰੀਜਨ ਚ ਹੁੰਦਾ। ਤੁਸੀਂ ਜਿਓਗ੍ਰਾਫੀ ਵਿੱਚ ਪੜ੍ਹਦੇ ਹੋ, ਇਕਟੋਰੀਅਲ ਰੀਜਨ, ਟ੍ਰੋਪੀਕਲ ਰੀਜਨ, ਟੈਂਪਰੇਟ ਰੀਜਨ, ਠੀਕ ਹੈ। ਤੇ ਇਸ ਕਰਕੇ ਮਤਲਬ ਕਿ ਸੋਲਰ એનર્ਜੀ ਸਾਡੇ ਦੇਸ਼ ਵਿੱਚ ਕਾਫੀ ਹੈ, ਇਸ ਕਰਕੇ ਜ਼ਰੂਰੀ ਹੈ ਕਿ ਮਤਲਬ ਕਿ ਸੋਲਰ એનર્ਜੀ ਦਾ ਵਧੀਆ ਯੂਜ਼ ਹੋਵੇ। ਓਕੇ, ਤੇ ਸਟੇਟਮੈਂਟ ਹੋਰ ਕੀ ਕਹਿੰਦੀ ਹੈ ਕਿ ਜਿਹੜੀ ਸੋਲਰ એનર્ਜੀ ਹੈ, ਸੋਲਰ એનર્ਜੀ ਲੈਂਡ ਤੇ ਵੀ ਹੁੰਦੀ ਹੈ, ਠੀਕ ਹੈ, ਜ਼ਮੀਨ ਤੇ ਵੀ ਹੁੰਦੀ ਹੈ, ਸਮੁੰਦਰ ਦੇ ਉੱਤੇ ਵੀ ਤੁਸੀਂ ਉਹ ਕਰਕੇ એનર્ਜੀ ਜਿਹੜੀ ਹੈ ਪ੍ਰੋਡਿਊਸ ਕਰ ਸਕਦੇ ਹੋ। ਓਕੇ, ਤੇ ਇੰਡੀਆ ਦਾ ਟਾਰਗੇਟ ਕੀ ਹੈ? ਯਾਦ ਰੱਖਣਾ, 175 ਗੀਗਾਵਾਟ, ਠੀਕ ਹੈ, એનર્ਜੀ ਪ੍ਰੋਡਿਊਸ ਕਰਨਾ। ਕਿੱਥੋਂ? ਰਿਨਿਊਬਲ એનર્ਜੀ ਤੋਂ। ਰਿਨਿਊਬਲ એનર્ਜੀ ਮਤਲਬ ਸੋਲਰ ਤੋਂ, ਵਿੰਡ ਤੋਂ, ਹਾਈਡਰੋਜਨ ਮਤਲਬ ਡੈਮ ਤੋਂ, ਜਿਹੜੇ ਪਾਣੀ ਤੋਂ, ਠੀਕ ਹੈ, ਹਵਾ ਤੋਂ, ਸੂਰਜ ਤੋਂ, ਠੀਕ ਹੈ। ਉਹਦੇ ਵਿੱਚੋਂ 100 ਜਿਹੜੀ ਫਲੋਟਿੰਗ ਸੋਲਰ ਪਾਵਰ ਪਲਾਂਟ ਦੇ ਥਰੂ એનર્ਜੀ ਲੈਣੀ, ਠੀਕ ਹੈ। ਹੁਣ ਮਤਲਬ ਇਹਨਾਂ ਨੇ ਕਿਹਾ ਕਿ ਜਿਹੜੇ ਫਲੋਟਿੰਗ ਕਿਹੜੇ ਹੁੰਦੇ? ਇੱਕ ਤਾਂ ਸੋਲਰ ਪਾਵਰ ਪਲਾਂਟ। ਸੋਲਰ ਪਾਵਰ ਪਲਾਂਟ ਕੀ ਹੁੰਦੇ? ਜਿੱਦਾਂ ਜ਼ਮੀਨ ਦੇ ਉੱਤੇ ਤੁਸੀਂ ਸੋਲਰ ਪਲੇਟਾਂ ਲਾ ਦਿੰਦੇ ਹੋ, ਉਹ ਤੋਂ ਜਿਹੜੀ એનર્ਜੀ ਮਿਲਦੀ, ਇਲੈਕਟ੍ਰਿਸਿਟੀ ਤੁਸੀਂ ਬਚਾ ਲੈਂਦੇ ਹੋ, ਠੀਕ ਹੈ। ਫਲੋਟਿੰਗ ਹੁੰਦੀ ਜਦੋਂ ਮਤਲਬ ਸਮੁੰਦਰ ਦੇ ਉੱਤੇ, ਨਦੀਆਂ ਦੇ ਉੱਤੇ ਪਲੇਟਾਂ ਵਿਛਾ ਦਿਓ, ਠੀਕ ਹੈ, ਉੱਥੋਂ ਜਿਹੜੀ એનર્ਜੀ ਆਉਂਦੀ ਉਹਨੂੰ ਕਹਿੰਦੇ ਫਲੋਟਿੰਗ। ਸਾਰਾ ਬੋਡੀ ਆਫ ਵਾਟਰ, ਕਿਸੇ ਵੀ ਪਾਣੀ ਦੀ ਟਾਈਪ ਤੇ ਮਤਲਬ ਕਿ ਪਲੇਟਾਂ ਲਗਾ ਦੇਣੀਆਂ, ਠੀਕ ਹੈ, ਸੋਲਰ ਪਲੇਟਾਂ ਲਾ ਦੇਣੀਆਂ, ਭਾਵੇਂ ਉਹ ਮਤਲਬ ਲੇਕਸ ਹੈ, ਸਮੁੰਦਰ ਹੈ, ਠੀਕ ਹੈ। ਤਾਂ ਉਹਨਾਂ ਨੇ ਪੁੱਛਿਆ ਕਿ ਇਹਦੇ ਫਾਇਦੇ ਕੀ ਹੈ? ਫਾਇਦੇ ਪੁੱਛੇ, ਹਾਇਰ ਐਫੀਸ਼ੀਐਂਸੀ ਆਫ ਪੈਨਲਸ ਇਨ ਕੰਪੈਰੀਜ਼ਨ ਟੂ ਲੈਂਡ ਬੇਸਡ ਸੋਲਰ ਪਲਾਂਟਸ। ਇਹ ਕਹਿੰਦੇ ਆ ਕਿ ਜਿੱਦਾਂ ਹੁਣ ਲੈਂਡ ਦੇ ਉੱਤੇ, ਜ਼ਮੀਨ ਦੇ ਉੱਤੇ ਜਿਹੜੇ ਸੋਲਰ ਪਾਵਰ ਪਲਾਂਟ ਲਾਏ ਜਾਂਦੇ, ਉਹਦੇ ਨਾਲੋਂ ਜ਼ਿਆਦਾ ਵਧੀਆ ਵਾ ਪਾਣੀ ਦੇ ਉੱਤੇ ਸੋਲਰ ਪਾਵਰ ਪਲਾਂਟ ਲੈਣ, ਠੀਕ ਹੈ। ਇਹ ਸਟੇਟਮੈਂਟ ਕੀ ਸਹੀ ਹੈ? ਕਿਉਂਕਿ ਇਹ ਕੀ ਕਰਦੀ ਹੈ, ਇਹਦੇ ਵਿੱਚ ਕੀ ਹੈ, ਜਿਹੜਾ ਵਾਟਰ ਹੈ, ਵਾਟਰ ਕੀ ਕਰਦਾ ਵਾ ਕਿ ਮਤਲਬ ਕੂਲਿੰਗ ਇਫੈਕਟ ਦਿੰਦਾ। ਕੂਲਿੰਗ ਇਫੈਕਟ ਦੇਣ ਦੇ ਕਾਰਨ ਉਹਦੇ ਕੀ ਜਿਹੜਾ ਰਿਡਿਊਸ ਕਰਦਾ, ਥਰਮਲ ਲੋਸ ਜਿਹੜਾ ਹੁੰਦਾ ਵਾ ਉਹ ਮਤਲਬ ਘਟ ਜਾਂਦਾ। ਉਹਦੇ ਨਾਲ ਜਿਹੜੀ ਜਿਹੜੇ ਪਲਾਂਟਸ ਜਿਹੜੇ ਲਾਏ ਜਾਂਦੇ, ਇਹਨਾਂ ਦੀ ਐਫੀਸ਼ੀਐਂਸੀ ਹੋਰ ਵੱਧ ਜਾਂਦੀ, ਮਤਲਬ ਇਹਨਾਂ ਦੀ ਉਮਰ ਜ਼ਿਆਦਾ ਵੱਧ ਜਾਂਦੀ। ਇਸ ਕਰਕੇ ਜ਼ਿਆਦਾ ਐਫੀਸ਼ੀਐਂਸੀ ਹੈ ਇਹਦੇ ਵਿੱਚ ਅਗਰ ਅਸੀਂ ਜ਼ਮੀਨ ਦੀ ਜਗ੍ਹਾ ਤੇ ਪਾਣੀ ਤੇ ਲਗਾਉਂਦੇ, ਠੀਕ ਹੈ। ਲੋਂਗਰ ਮੋਡਿਊਲ ਲਾਈਫ, ਠੀਕ ਹੈ, ਇਹਨਾਂ ਦੀ ਲਾਈਫ ਵੱਧਦੀ, ਜਿੱਦਾਂ ਮੈਂ ਦੱਸਿਆ ਕਿ ਕੂਲਿੰਗ ਇਫੈਕਟ ਕਰਕੇ। ਕੰਜ਼ਰਵੇਸ਼ਨ ਆਫ ਵਾਟਰ ਹੁੰਦਾ, ਕਿਉਂਕਿ ਜਦੋਂ ਅਸੀਂ ਸਮੁੰਦਰ ਦੇ ਉੱਤੇ ਪਲੇਟਾਂ ਲਗਾ ਦਿੰਦੇ ਹਾਂ, ਠੀਕ ਹੈ, ਸੋਲਰ ਪਲੇਟਾਂ ਲਗਾ ਦਿੰਦੇ ਹਾਂ, ਤੇ ਉਹਦੇ ਨਾਲ ਕੀ ਹੁੰਦਾ ਵਾ ਕਿ ਜਿੱਦਾਂ ਸੂਰਜ ਦੀ ਰੋਸ਼ਨੀ ਜਿਹੜੀ ਇਹਨਾਂ ਤੇ ਪਊਗੀ, ਉਹਦੇ ਕਰਕੇ ਵਾਪਸ ਰਿਫਲੈਕਟ ਹੋ ਜਾਏਗੀ, ਤੇ ਜਿਹੜੀ ਇਵੈਪੋਰੇਸ਼ਨ ਹੈ ਉਹ ਨਹੀਂ ਹੋਏਗੀ, ਠੀਕ ਹੈ। ਕਿਉਂਕਿ ਜਦੋਂ ਗਰਮੀਆਂ ਹੁੰਦੀਆਂ ਵਾ ਤੇ ਜ਼ਿਆਦਾ ਗਰਮੀ ਕਰਕੇ ਸਮੁੰਦਰ ਦੇ ਪਾਣੀ ਤੇ, ਲੇਕ ਦੇ ਪਾਣੀ 'ਚ ਇਵੈਪੋਰੇਸ਼ਨ ਹੁੰਦੀ, ਇਵੈਪੋਰੇਸ਼ਨ ਦੇ ਕਾਰਨ ਪਾਣੀ ਘਟ ਜਾਂਦਾ, ਠੀਕ ਹੈ। ਹੁਣ ਉੱਪਰ ਪਲੇਟਾਂ ਲੱਗੀਆਂ ਹੋਣਗੀਆਂ ਤੇ ਵਾਟਰ ਕੰਜ਼ਰਵ ਰਹੇਗਾ। ਓਕੇ, ਤੇ ਇਸ ਕਰਕੇ ਇਹਦੇ ਸਾਰੇ ਬੈਨੀਫਿਟ ਨੇ। ਔਰ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਆ ਸਕਦਾ, ਅਗਰ ਦੂਸਰੇ ਐਗਜ਼ਾਮਾਂ ਵਿੱਚ 1 ਲਾਈਨਰ ਕੁਐਸਚਨ ਵੀ ਆ ਸਕਦਾ ਕਿ ਫਲੋਟਿੰਗ ਸੋਲਰ ਪਾਵਰ ਪਲਾਂਟ ਸਭ ਤੋਂ ਪਹਿਲਾਂ ਕਿੱਥੇ ਲੱਗਾ ਸੀ? ਸਭ ਤੋਂ ਪਹਿਲਾਂ ਇਹ ਲੱਗਾ ਸੀ 2014 ਵਿੱਚ ਕੋਲਕਾਤਾ ਵਿੱਚ। ਕਿੱਥੇ ਲੱਗਾ ਸੀ? ਕੋਲਕਾਤਾ ਵਿੱਚ, ਠੀਕ ਹੈ। ਹੁਣ ਇਹ ਨਿਊਜ਼ ਵਿੱਚ ਵੀ ਸੀ, ਕਿਉਂਕਿ ਬਿਗੇਸਟ ਸੋਲਰ ਪਾਵਰ ਪਲਾਂਟ ਲੱਗਣ ਲੱਗਾ ਤੇਲੰਗਾਨਾ ਵਿੱਚ, ਜਿਹੜਾ ਕਿ ਲਗਾਇਆ ਜਾਏਗਾ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੁਆਰਾ, ਠੀਕ ਹੈ। 100 ਮੈਗਾ ਪਾਵਰ ਦੀ એનર્ਜੀ ਪ੍ਰੋਡਿਊਸ ਕਰੇਗਾ। ਓਕੇ, ਔਰ ਕੇਰਲਾ ਵਿੱਚ ਵੀ ਲੱਗਾ ਹੋਇਆ ਇੱਕ ਲਾਰਜੈਸਟ ਫਲੋਟਿੰਗ ਸੋਲਰ ਪਾਵਰ ਪਲਾਂਟ ਲੱਗਾ ਹੋਇਆ ਬਨਾਸੁਰਾ ਸਾਗਰ ਰਿਜ਼ਰਵ ਤੇ, ਜਿਹੜਾ ਕਿ ਕੇਰਲਾ ਵਿੱਚ ਹੈ, ਠੀਕ ਹੈ। ਨੈਕਸਟ ਕੁਐਸਚਨ, ਵਿਚ ਅਮੰਗ ਦ ਫੋਲੋਇੰਗ ਇਜ਼ ਇੰਟਰਨੈਸ਼ਨਲ ਏਜੰਸੀ ਇਨੇਬਲਿੰਗ ਦ ਬਿਜ਼ਨਸ ਆਫ ਐਗਰੀਕਲਚਰ ਰਿਪੋਰਟ, ਠੀਕ ਹੈ। ਕੁਐਸਚਨ ਕਹਿ ਰਿਹਾ ਕਿ ਇਹ ਜਿਹੜੀ ਰਿਪੋਰਟ ਹੈ, ਠੀਕ ਹੈ, ਰਿਪੋਰਟਸ ਅਸੀਂ ਮੈਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਰਿਪੋਰਟਸ ਵੀ ਮੈਂ ਸਾਰੀ ਪੂਰੇ ਸਾਲ ਦੀਆਂ ਕਵਰ ਕਰਾਵਾਂਗੀ, ਠੀਕ ਹੈ। ਉਸ ਤੋਂ ਬਾਅਦ ਕੁਐਸਚਨ ਨਹੀਂ ਆਏਗਾ, ਆਲਮੋਸਟ ਸਾਰੇ ਰਿਪੋਰਟਾਂ ਕਰਾਵਾਂਗੀ ਮੈਂ, ਰਿਪੋਰਟਸ ਜਿੰਨੀਆਂ ਵੀ ਨਿਊਜ਼ ਵਿੱਚ ਰਹੀਆਂ। ਇਨੇਬਲਿੰਗ ਦ ਬਿਜ਼ਨਸ ਆਫ ਐਗਰੀਕਲਚਰ, ਠੀਕ ਹੈ। ਇਹ ਰਿਪੋਰਟ ਕਿਹਦੇ ਦੁਆਰਾ ਪਬਲਿਸ਼ ਕੀਤੀ ਗਈ ਹੈ? ਠੀਕ ਹੈ, ਇਹ ਰਿਪੋਰਟ ਪਬਲਿਸ਼ ਕੀਤੀ ਗਈ ਹੈ ਵਰਲਡ ਬੈਂਕ ਦੁਆਰਾ, ਠੀਕ ਹੈ, ਵਰਲਡ ਬੈਂਕ ਦੁਆਰਾ। ਇਸ ਰਿਪੋਰਟ 'ਚ ਹੈ ਕੀ ਹੈ? ਇਸ ਰਿਪੋਰਟ 'ਚ ਇਹ ਹੈ ਕਿ ਇਹ ਰਿਪੋਰਟ ਇਹ ਦੇਖੇਗੀ, ਐਗਜ਼ਾਮਿਨ ਕਰੇਗੀ ਕਿ ਜਿਹੜੇ ਗਵਰਨਮੈਂਟ ਦੀਆਂ ਪਾਲਿਸੀਜ਼ ਆਈਆਂ, ਸਕੀਮਸ ਆਈਆਂ, ਕਿ ਉਹ ਕਿਸਾਨਾਂ ਲਈ ਫਾਇਦੇਮੰਦ ਨੇ ਜਾਂ ਕਿਸਾਨਾਂ ਦੀ ਜਿਹੜੀ ਤਰੱਕੀ ਵਿੱਚ ਮਤਲਬ ਰੁਕਾਵਟ ਕ੍ਰੀਏਟ ਕਰਨ ਦੀਆਂ, ਠੀਕ ਹੈ। ਇਸ ਰਿਪੋਰਟ ਵਿੱਚ ਇਹ ਹੈ ਇਨੇਬਲਿੰਗ ਦ ਬਿਜ਼ਨਸ ਆਫ ਐਗਰੀਕਲਚਰ।
ਤੁਸੀਂ ਬਸ ਇੰਨਾ ਯਾਦ ਰੱਖਣਾ ਰਿਪੋर्ट किहदे द्वारा लिआंदी गई है, वर्ल्ड बैंक द्वारा। ओके, ठीक है। वर्ल्ड बैंक नाल रिलेटेड भी क्वेश्चन आता है, हैडक्वार्टर पता होना चाहिए। ਇਹਦੇ ਨਾਲ ਕਿਹੜੀ ਹੋਰ ਆਰਗੇਨਾਈਜੇਸ਼ਨ ਬਣੀ ਸੀ, ਫੇਮਸ ਆਰਗੇਨਾਈਜੇਸ਼ਨ IMF, ठीक है। तो बाकी भी ये रिपोर्ट्स वगैरह वो ਅਸੀਂ ਪੜਾਂਗੇ। नेक्स्ट क्वेश्चन है प्रधानमंत्री स्वास्थ्य सुरक्षा निधि स्कीम्स कंसिडर द फॉलोइंग स्टेटमेंट। ਹੁਣ ਇਹ ਸਕੀਮ ਹੈ, ਇਹਦੇ ਬਾਰੇ ਪੁੱਛਿਆ ਹੈ ਕਿ ਜਿਹੜੀ ਯੂਨੀਅਨ ਗਵਰਨਮੈਂਟ ਦੀ ਸਕੀਮ ਹੈ, ਯੂਨੀਅਨ ਕੈਬਨਿਟ ਸਕੀਮ ਹੈ ਇਹਦੀ, ਠੀਕ ਹੈ, ਉਹਨਾਂ ਰਿਲੇਟਡ ਇਹਨਾਂ ਨੇ ਕੁਐਸਚਨ ਪੁੱਛਿਆ ਹੋਇਆ। ਸਵਾਸਥਯ ਸਕੀਮ ਹੈ ਇੱਕ। It has been set up dedicated non-lapsable fund to collect certain share of proceed from the health and education cess, ठीक है। ਹੁਣ ਇਹ ਸਟੇਟਮੈਂਟ ਨॉन ਲੈਪਸੇਬਲ ਫੰਡ, ਇੱਥੇ ਵੀ ਕੁਐਸਚਨ ਆ ਸਕਦਾ। ਨॉन ਲੈਪਸੇਬਲ ਫੰਡ ਕੀ ਹੁੰਦਾ? ਨॉन ਲੈਪਸੇਬਲ ਫੰਡ ਹੁੰਦਾ ਵਾ ਕਿ ਜਦੋਂ ਜਿਹੜੀ ਸਰਕਾਰ ਹੈ, ਮਤਲਬ ਕਿ ਮੰਨ ਲਓ ਕਿ ਕਿਸੇ ਮਿਨਿਸਟਰੀ ਨੂੰ ਮਤਲਬ ਪੈਸੇ ਐਲੋਕੇਟ ਕੀਤੇ ਬਜਟ ਵਿੱਚ, ਕਿ ਬਜਟ ਵਿੱਚ ਪੈਸੇ ਐਲੋਕੇਟ ਕੀਤੇ ਆ ਕਿ ਇਸ ਸਕੀਮ ਨੂੰ ਸਾਲ ਦੇ ਅੰਦਰ ਅੰਦਰ ਤੇ ਪੈਸੇ ਲਗਾਣੇ। ਮੰਨ ਲਓ ਕਿ ਉਹ ਜਿਹੜੇ ਪੈਸੇ ਆ ਸਰਕਾਰ ਮਤਲਬ ਨਹੀਂ ਲਾਉਂਦੀ, ਮਤਲਬ ਪੈਸੇ ਬਚ ਜਾਂਦੇ, ਉਹ ਵਾਪਸ ਮਿਨਿਸਟਰੀ ਆਫ ਫਾਈਨਾਂਸ ਵਿੱਚ ਵਾਪਸ ਚਲੇ ਜਾਣਗੇ। ਸਮਝ ਆ ਗਿਆ? ਨॉन ਲੈਪਸੇਬਲ ਫੰਡ ਕਿ ਕੋਈ ਸਕੀਮ ਲਿਆਂਦੀ ਸਰਕਾਰ ਨੇ, ਸਾਲ ਦੇ ਅੰਦਰ ਅੰਦਰ ਉਸ ਪੈਸੇ ਨੂੰ ਯੂਜ਼ ਕਰਨਾ, ਜਿਹੜਾ ਬਜਟ ਮਿਲਿਆ ਤੁਹਾਨੂੰ ਫੰਡ ਮਿਲਿਆ, ਅਗਰ ਉਹ ਨਹੀਂ ਯੂਜ਼ ਹੁੰਦਾ ਤੇ ਜਿਹੜਾ ਪੈਸਾ ਬਚ ਜਾਂਦਾ ਉਹਨੂੰ ਦੁਬਾਰਾ ਮਿਨਿਸਟਰੀ ਆਫ ਫਾਈਨਾਂਸ ਕੋਲ ਚਲ ਜਾਏਗਾ, ਉਹਨੂੰ ਕਹਿੰਦੇ ਨॉन ਲੈਪਸੇਬਲ ਫੰਡ। ਤੇ ਇਹ ਸਟੇਟਮੈਂਟ ਇਹ ਕਹਿ ਰਹੀ ਹੈ ਕਿ ਮਤਲਬ ਕਿ ਜਿਹੜਾ ਸਕੀਮ ਹੈ ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਨਿਧੀ ਸਕੀਮ ਜਿਹੜੀ ਹੈ, ਇਹ ਨॉन ਲੈਪਸੇਬਲ ਫੰਡ ਹੈ। ਹਾਂ, ਇਹਦੇ ਵਿੱਚ ਜਿਹੜਾ ਫੰਡ ਹੈ ਸ਼ੇਅਰ ਕਲੈਕਟ ਕੀਤਾ ਜਾਏਗਾ ਹੈਲਥ ਐਂਡ ਐਜੂਕੇਸ਼ਨ ਸੈਸ ਤੋਂ। ਹੈਲਥ ਤੇ ਐਜੂਕੇਸ਼ਨ ਤੇ ਜਿਹੜਾ ਸੈਸ ਲੱਗਦਾ ਉਹ ਤੋਂ ਇਕੱਠਾ ਕਰਕੇ ਬਣਾਇਆ ਜਾਏਗਾ, ਠੀਕ ਹੈ। ਤੇ ਇਹ ਫੰਡ ਦਾ ਪੈਸਾ ਜਿਹੜਾ ਵਾ, ਠੀਕ ਹੈ, ਇਹ ਫੰਡ ਦਾ ਪੈਸਾ ਕਿਹਦੇ ਵਿੱਚ ਜਾਏਗਾ, ਕਿਹਦੇ ਵਿੱਚ ਜਾਏਗਾ? ਕੰਸੋਲੀਡੇਟ ਫੰਡ ਆਫ ਇੰਡੀਆ ਕਿ ਪਬਲਿਕ ਅਕਾਊਂਟ ਫੰਡ? ਇਹਦਾ ਪੈਸਾ ਜਾਏਗਾ ਪਬਲਿਕ ਅਕਾਊਂਟ ਫੰਡ ਵਿੱਚ, ਪਬਲਿਕ ਅਕਾਊਂਟ ਫੰਡ ਵਿੱਚ, ठीक है। पब्लिक अकाउंट फंड, कंसोलिडेट फंड बारे भी तुहानूं पता होना चाहिए। कंसोलिडेट फंड मैं जो पॉलिटी कराई सी, पॉलिटी दे डिटेल विच कराई सी, ਉਹਦੇ ਵਿੱਚ ਮੈਂ ਸਾਰਾ ਦੱਸਿਆ ਸੀ ਕਿ ਇੰਡੀਆ ਵਿੱਚ ਕਿਹੜੇ-ਕਿਹੜੇ ਟਾਈਪ ਦੇ ਫੰਡ ਨੇ, ਠੀਕ ਹੈ। ਕੰਸੋਲੀਡੇਟਡ ਫੰਡ ਹੈ, ਪਬਲਿਕ ਅਕਾਊਂਟ ਫੰਡ ਹੈ, ਠੀਕ ਹੈ। ਕੰਸੋਲੀਡੇਟ ਫੰਡ ਕਿਹੜਾ ਵਾ? ਸਭ ਤੋਂ ਵੱਡਾ ਫੰਡ ਹੈ ਜਿਹਦੇ ਵਿੱਚ ਜਿੰਨਾ ਵੀ ਪੈਸਾ ਦੇਸ਼ ਵਿੱਚ ਆਂਦਾ ਵਾ ਸਾਰਾ ਫੰਡ ਉਸ ਫੰਡ ਵਿੱਚ ਜਾਂਦਾ ਵਾ। ਕੰਸੋਲੀਡੇਟ ਫੰਡ ਆਫ ਇੰਡੀਆ ਜਾਂਦਾ, ਉਹ ਸਾਰਾ ਪੈਸਾ ਉਹਦੇ ਚੋਂ ਹੀ ਨਿਕਲਦਾ ਵਾ, ਠੀਕ ਹੈ। ਤਾਂ ਉਹਨੂੰ ਕੰਸੋਲੀਡੇਟ ਫੰਡ ਆਫ ਇੰਡੀਆ ਕਹਿੰਦੇ। ਉਹਨੂੰ ਯੂਜ਼ ਨੇ ਬਿਨਾਂ ਮਤਲਬ ਪਾਰਲੀਮੈਂਟ ਦੀ ਪਰਮਿਸ਼ਨ ਤੋਂ ਉਹਨੂੰ ਵਰਤ ਨਹੀਂ ਸਕਦੇ, ਠੀਕ ਹੈ। ਇਸੇ ਕਰਕੇ ਬਜਟ ਪਾਸ ਕੀਤਾ ਜਾਂਦਾ ਕਿ ਤਾਂ ਕਿ ਉਹਦੇ ਚੋਂ ਪੈਸਾ ਲਿਆ ਜਾ ਸਕੇ, ਠੀਕ ਹੈ। ਦੂਸਰੀ ਸਟੇਟਮੈਂਟ ਹੈ ਦਿਸ ਫੰਡ ਸਲੋਲੀ ਯੂਟੀਲਾਈਜ਼ ਫॉर ਫੰਡਿੰਗ PM ਆਤਮ ਨਿਰਭਰ ਸਵਸਥ ਭਾਰਤ which was launched in the union budget 2020 and 22। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਫੰਡ ਪੈਸਾ ਇਕੱਠਾ ਹੋਏਗਾ ਸਿਰਫ ਪ੍ਰਧਾਨ ਮੰਤਰੀ ਆਤਮ ਨਿਰਭਰ ਸਵਸਥ ਭਾਰਤ ਸਕੀਮ ਦੇ ਲਈ ਹੀ ਯੂਜ਼ ਕੀਤਾ ਜਾਏਗਾ। ਸਟੇਟਮੈਂਟ ਗਲਤ ਹੈ ਕਿਉਂਕਿ ਜਿਹੜਾ ਫੰਡ ਇਕੱਠਾ ਹੋਏਗਾ, ਕਿਉਂਕਿ ਇੱਕ ਫਲੈਗਸ਼ਿਪ ਸਕੀਮ ਹੈ। ਫਲੈਗਸ਼ਿਪ ਸਕੀਮ ਉਹ ਹੁੰਦੀ ਹੈ ਜਿਹਦੇ ਅੰਦਰ ਹੋਰ ਵੀ ਸਕੀਮਾਂ ਹੋਣ, ਬਾਕੀ ਸਕੀਮਾਂ ਵੀ ਕਵਰ ਹੋ ਜਾਣ, ਠੀਕ ਹੈ। ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਨਿਧੀ ਦੇ ਅੰਦਰ ਹੋਰ ਵੀ ਸਕੀਮਾਂ ਕਵਰ ਹੁੰਦੀਆਂ, ਜਿਵੇਂ ਆਯੁਸ਼ਮਾਨ ਭਾਰਤ, ਉਹਦੇ ਲਈ ਵੀ ਫੰਡ ਯੂਜ਼ ਕੀਤਾ ਜਾਏਗਾ, ਠੀਕ ਹੈ। ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ, ਆਯੁਸ਼ਮਾਨ ਭਾਰਤ ਜਿਹੜੀ ਹੈਲਥ ਐਂਡ ਵੈਲਨੈਸ ਸੈਂਟਰ ਬਣਾਏ ਜਾਏਗਾ, ਉਹਦੇ ਵਿੱਚ ਵੀ ਇਹੀ ਫੰਡ ਯੂਜ਼ ਕੀਤਾ ਜਾਏਗਾ। ਨੈਸ਼ਨਲ ਹੈਲਥ ਮਿਸ਼ਨ ਹੈ, ਉਹਦੇ ਵਿੱਚ ਵੀ ਇਹੀ ਫੰਡ ਯੂਜ਼ ਕੀਤਾ ਜਾਏਗਾ। ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਯੋਜਨਾ, ਉਹਦੇ ਅੰਡਰ ਵੀ ਇਹ ਫੰਡ ਯੂਜ਼ ਕੀਤਾ ਜਾਏਗਾ। ਤੇ ਇਸ ਕਰਕੇ ਦੂਸਰੀ ਸਟੇਟਮੈਂਟ ਗਲਤ ਹੈ ਕਿ ਇਹ ਫੰਡ ਸਿਰਫ ਇਸ ਸਕੀਮ ਲਈ ਯੂਜ਼ ਕੀਤਾ ਜਾਏਗਾ, ਇਹ ਗਲਤ ਹੈ, ਠੀਕ ਹੈ। 4-5 ਸਕੀਮਾਂ ਆਯੁਸ਼ਮਾਨ ਭਾਰਤ ਦੀਆਂ, ਉਹਦੇ ਵਿੱਚ ਵੀ ਇਹ ਫੰਡ ਯੂਜ਼ ਹੋਏਗਾ, ਠੀਕ ਹੈ। ਇਸ ਕਰਕੇ ਫਸਟ ਸਟੇਟਮੈਂਟ ਸਹੀ ਹੈ, ਸੈਕਿੰਡ ਗਲਤ ਹੈ। ओके, नेक्स्ट क्वेश्चन है स्पेशल ड्राइंग राइट्स। स्पेशल ड्राइंग राइट्स पहला तो सिंपल क्वेश्चन आएगा। स्पेशल ड्राइंग राइट्स ਜਿਹੜੇ ਆ ਕਿਹਦੇ ਨਾਲ ਰਿਲੇਟਡ ਹੈ, ਠੀਕ ਹੈ। ਸਪੈਸ਼ਲ ਡਰਾਇੰਗ ਰਾਈਟ ਵਰਲਡ ਬੈਂਕ ਨਾਲ, ਵਰਲਡ ਟ੍ਰੇਡ ਆਰਗੇਨਾਈਜੇਸ਼ਨ IMF ਨੇ। ਸਿੰਪਲ ਕੁਐਸਚਨ, ਸਪੈਸ਼ਲ ਡਰਾਇੰਗ ਰਾਈਟਸ ਜਿਹੜੇ ਰਿਲੇਟਡ ਹੈ, ਇਹ ਰਿਲੇਟਡ ਨੇ IMF ਨਾਲ ਰਿਲੇਟਡ ਨੇ, ਠੀਕ ਹੈ। ਸਪੈਸ਼ਲ ਡਰਾਇੰਗ ਰਾਈਟਸ ਹੁੰਦੇ ਕੀ? ਇੱਕ ਇੰਟਰਸਟ ਬੇਅਰਿੰਗ ਇੰਟਰਨੈਸ਼ਨਲ ਰਿਜ਼ਰਵ एसेट्स ने, ठीक है। सिंपल लैंग्वेज कहां कि तुसी मतलब क्लेम कर सकते हो करेंसी, ठीक है। एक करेंसी क्लेम है, ठीक है। ਇਹਦੇ ਨਾਲ ਕੀ ਅਗਰ ਤੁਹਾਡੇ ਕੋਲ ਜਿੰਨਾ ਜ਼ਿਆਦਾ ਸਪੈਸ਼ਲ ਡਰਾਇੰਗ ਰਾਈਟ ਹੋਏਗਾ IMF ਵਿੱਚ, ਠੀਕ ਹੈ, ਉਨਾ ਜ਼ਿਆਦਾ ਤੁਹਾਡੇ ਕੋਲ ਕੋਟਾ ਹੋਏਗਾ। ਜਿੰਨਾ ਜ਼ਿਆਦਾ ਕੋਟਾ ਹੋਏਗਾ ਉਨਾ ਜ਼ਿਆਦਾ ਤੁਹਾਡੇ ਕੋਲ ਵੋਟਿੰਗ ਰਾਈਟ ਹੋਏਗਾ, ਠੀਕ ਹੈ। ਜਿੰਨਾ ਜ਼ਿਆਦਾ ਕੋਟਾ ਹੋਏਗਾ ਉਨਾ ਜ਼ਿਆਦਾ ਤੁਹਾਨੂੰ ਲੋਨਸ ਮਿਲੇਗਾ, ਠੀਕ ਹੈ। ਇਸ ਕਰਕੇ ਸਪੈਸ਼ਲ ਡਰਾਇੰਗ ਰਾਈਟਸ ਜਿੰਨੇ ਜ਼ਿਆਦਾ ਹੋਣਗੇ ਉਨੇ ਜ਼ਿਆਦਾ ਫਾਇਦਾ ਹੋਣਗੇ। ਸਪੈਸ਼ਲ ਡਰਾਇੰਗ ਰਾਈਟਸ ਦੇ ਹੋਰ ਕੀ ਫਾਇਦੇ ਆ, ਠੀਕ ਹੈ। ਇਹਦੇ ਹੋਰ ਫਾਇਦੇ, ਤੁਸੀਂ ਇਹਨੂੰ ਸੈਲ ਕਰ ਸਕਦੇ, ਵੇਚ ਸਕਦੇ ਹੋ, ठीक है। अगर IMF तो तुसी लोन लेना, कर्जा लेना, तो तुसी स्पेशल ड्राइंग राइट्स अपने मतलब दे के मतलब लोन्स ले सकते हो, इंटरस्ट पे कर सकते हो, ठीक है। तो मतलब इंटरस्ट पे कर सकते हो और दूसरी कंट्रियां नाल भी इहदे नाल बिजनेस कर सकते हो, ठीक है। ट्रांजैक्शन कर सकते हो, कोई भी मतलब पेमेंट वगैरह करनी है
ठीक है मैंबर ਜਿਹੜੇ ਆ ਦੂਜੇ ਜਿਹੜੇ ਮੈਂਬਰ ਉਹਨਾਂ ਨੂੰ ਆਪਣੇ ਸਪੈਸ਼ਲ ਡਰਾਇੰਗ ਰਾਈਟ ਅਲੋਕੇਸ਼ਨ ਕਰ ਸਕਦੇ ਆ ਠੀਕ ਹੈ ਇਹ ਮਤਲਬ ਯੂਜ਼ੇਬਲ ਕਰੰਸੀ ਇੱਕ ਹਿਸਾਬ ਦੀ ਯੂਜ਼ੇਬਲ ਕਰੰਸੀ ਫਿਜ਼ੀਕਲ ਕਰੰਸੀ ਨਹੀਂ ਹੈ ਨਾ ਇਹ ਪੇਪਰ ਮਤਲਬ ਕਰੰਸੀ ਟਾਈਪ ਹੈ ਠੀਕ ਹੈ ਇਹ ਮਤਲਬ ਆਈਐਮਐਫ ਵਿੱਚ ਯੂਜ਼ ਹੁੰਦੀ ਹੈ ਠੀਕ ਹੈ ਆਪਣਾ ਕੋਟਾ ਵਧਾਉਣ ਲਈ ਤਾਂ ਕਿ ਵੋਟਿੰਗ ਰਾਈਟ ਜ਼ਿਆਦਾ ਮਿਲ ਸਕਣ ਔਰ ਇਹਦੇ ਨਾਲ ਠੀਕ ਹੈ ਤੁਸੀਂ ਜ਼ਿਆਦਾ ਲੋਨਸ ਲੈ ਸਕੋ ਠੀਕ ਹੈ ਹੁਣ ਸਪੈਸ਼ਲ ਡਰਾਇੰਗ ਰਾਈਟਸ ਜਿਹੜੇ ਆ ਠੀਕ ਹੈ ਇਹਦੀ ਜਿਹੜੀ ਬਾਸਕਟ ਇਹਦੇ ਵਿੱਚ ਕਿਹੜੀ ਕਿਹੜੀ ਕਰੰਸੀਆਂ ਸਪੈਸ਼ਲ ਡਰਾਇੰਗ ਰਾਈਟ ਵਿੱਚ ਜਿਹੜੀ ਹੈ ਕੁਝ ਕਰੰਸੀਆਂ ਨੂੰ ਹੀ ਮਾਨਤਾ ਹੈ ਠੀਕ ਹੈ 5 ਕਰੰਸੀਆਂ ਨੇ ਇਹੋ ਜਿਹੀਆਂ ਮਤਲਬ ਇਹਦੇ ਵਿੱਚ ਰੁਪਈ ਨਹੀਂ ਹੁੰਦਾ 5 ਕਰੰਸੀਆਂ ਕਿਹੜੀਆਂ ਨੇ ਠੀਕ ਹੈ 5 ਕਰੰਸੀਆਂ ਕਿਹੜੀਆਂ ਨੇ ਡਾਲਰ ਜੋ ਅਮਰੀਕਾ ਦੀ ਯੂਐਸਏ ਦੀ ਆ ਯੂਰੋ ਠੀਕ ਹੈ ਪੌਂਡ ਯੈਨ ਤੇ ਯੂਆਨ ਠੀਕ ਹੈ ਇਹ ਜਿਹੜੀਆਂ 5 ਕਰੰਸੀਆਂ ਵਾ ਜਿਹਦੇ ਉੱਤੇ ਸਪੈਸ਼ਲ ਡਰਾਇੰਗ ਰਾਈਟ ਚੱਲਦਾ ਠੀਕ ਹੈ ਇੱਕ ਚਾਈਨਾ ਦੀ ਵੀ ਨਵੀਂ ਐਡ ਹੋ ਗਈ ਰੈਮਨੀ ਵੀ ਠੀਕ ਹੈ ਕਾਹਦੀ ਹੈ ਚਾਈਨਾ ਦੀ ਹੈ ਓਕੇ ਇਹਦੇ ਥਰੂ ਤੁਸੀਂ ਇਹਦੇ ਵਿੱਚ ਐਕਸਚੇਂਜ ਕਰ ਸਕਦੇ ਹੋ ਠੀਕ ਹੈ ਲੇਕਿਨ ਪਰ ਸਪੈਸ਼ਲ ਡਰਾਇੰਗ ਰਾਈਟ ਸਪੈਸ਼ਲੀ ਡਾਲਰ ਵਿੱਚ ਹੁੰਦਾ ਠੀਕ ਹੈ ਹਰ ਮਤਲਬ ਕਿ ਡਾਲਰ ਦੇ ਵਿੱਚ ਹੁੰਦਾ ਵਾ ਕਿ ਹਰ ਦਿਨ ਜਿਹੜਾ ਵਾ ਕਿ ਇਹਨੂੰ ਚੈੱਕ ਕੀਤਾ ਜਾਂਦਾ ਵਾ ਬੇਸਡ ਔਨ 5 ਕਰੰਸੀ ਤੇ ਬੇਸਡ ਹੁੰਦਾ ਕੈਲਕੂਲੇਟਡ ਡੇਲੀ ਕੈਲਕੂਲੇਟ ਹੁੰਦਾ ਠੀਕ ਹੈ ਸਪੈਸ਼ਲ ਡਰਾਇੰਗ ਰਾਈਟ ਜਿਹੜਾ ਡਿਨੋਮੀਨੇਟਡ ਹੁੰਦਾ ਡਾਲਰ ਮਤਲਬ ਡਾਲਰ ਦੇ ਕੰਪੇਅਰ ਵਿੱਚ ਕੀਤਾ ਜਾਂਦਾ ਔਰ ਹਰ ਦਿਨ ਦੀ ਵੈਲਿਊ ਜਿਹੜੀ ਹੈ ਉਹ ਰਿਵਿਊ ਕੀਤੀ ਜਾਂਦੀ ਓਕੇ ਸੈਕੰਡ ਸਟੇਟਮੈਂਟ ਸਪੈਸ਼ਲ ਰਾਈਟ ਕੈਨ ਨਾਟ ਬੀ ਹੈਲਡ ਬਾय ਦ ਪ੍ਰਾਈਵੇਟ ਐਂਟੀਟੀ ਔਰ ਇੰਡੀਵਿਜੂਅਲ ਠੀਕ ਹੈ ਇਹ ਮਤਲਬ ਕਹਿੰਦੇ ਕਿ ਜਿਹੜਾ ਪ੍ਰਾਈਵੇਟ ਇੰਡੀਵਿਜੂਅਲ ਹੈ ਠੀਕ ਹੈ ਉਹ ਨਹੀਂ ਲੈ ਸਕਦਾ ਇਹਨੂੰ ਠੀਕ ਹੈ ਹਾਂ ਇਹ ਸਹੀ ਸਟੇਟਮੈਂਟ ਸਿਰਫ ਮੈਂਬਰਸ ਯੂਜ਼ ਕਰਦੇ ਆ ਆਈਐਮਐਫ ਦੇ ਮੈਂਬਰਾਂ ਦੇ ਵਿੱਚ ਇਹ ਯੂਜ਼ ਹੁੰਦੀ ਹੈ ਓਕੇ ਤੇ ਇਸ ਕਰਕੇ ਇਹ ਸਟੇਟਮੈਂਟ ਸਹੀ ਹੈ ਇਟ ਇਜ਼ ਅ ਇੰਟਰਸਟ ਬੇਅਰਿੰਗ ਇੰਟਰਨੈਸ਼ਨਲ ਰਿਜ਼ਰਵ ਠੀਕ ਹੈ ਇਹ ਸਹੀ ਹੈ ਠੀਕ ਹੈ ਤਿੰਨੇ ਸਟੇਟਮੈਂਟ ਕੀ ਨੇ ਸਹੀ ਨੇ ਸਮਝ ਆ ਗਿਆ ਸਪੈਸ਼ਲ ਡਰਾਇੰਗ ਰਾਈਟਸ ਕੀ ਹੁੰਦਾ ਇਹ ਕਰੰਸੀ ਕਲੇਮ ਹੈ ਤੁਸੀਂ ਇਹਦੇ ਥਰੂ ਮਤਲਬ ਆਈਐਮਐਫ ਵਿੱਚ ਖਰੀਦ ਸਕਦੇ ਹੋ ਵੇਚ ਸਕਦੇ ਹੋ ਸਿਰਫ ਮੈਂਬਰਸ ਕੰਟਰੀ ਵਾਲੀ ਹੁੰਦਾ ਜਿਹੜੀ ਆਈਐਮਐਫ ਦੀਆਂ ਮੈਂਬਰ ਨੇ ਓਕੇ ਇਹਦਾ ਜਿਹੜਾ ਜੋ ਵੈਲਿਊ ਚੈੱਕ ਕੀਤੀ ਜਾਂਦੀ ਡਾਲਰ ਵਿੱਚ ਹਰ ਦਿਨ ਚੈੱਕ ਹੁੰਦੀ ਹੈ ਠੀਕ ਹੈ ਇੰਡੀਆ ਦੇ ਵਿੱਚ ਕਿੰਨੀ ਹੈ 13.66 ਬਿਲੀਅਨ ਹੈ ਇਸ ਟਾਈਮ ਸਪੈਸ਼ਲ ਡਰਾਇੰਗ ਰਾਈਟਸ ਨੈਕਸਟ ਸਮਾਲ ਸੇਵਿੰਗ ਸਕੀਮ ਦਾ ਹਾਊਸ ਹੋਲਡ ਸਕੀਮ ਹੁੰਦੀ ਹੈ ਠੀਕ ਹੈ ਇੱਕ ਜਿਹੜੀ ਸਮਾਲ ਸੇਵਿੰਗ ਸਕੀਮ ਹੈ ਜਿਹੜੀ ਹਾਊਸ ਹੋਲਡ ਸਕੀਮ ਹੈ ਇੱਕ ਮਤਲਬ ਸੋਰਸ ਆਫ ਹਾਊਸ ਹੋਲਡ ਸੇਵਿੰਗ ਜਿੱਦਾਂ ਛੋਟੇ ਤੁਸੀਂ ਸੇਵਿੰਗ ਕਰਦੇ ਹੋ ਠੀਕ ਹੈ ਉਹ ਉਸ ਨਾਲ ਰਿਲੇਟਡ ਸਕੀਮ ਹੈ ਤੇ collection from these schemes saving get credited into national saving fund which is a part of consolidated fund of India ਹੁਣ ਇਹਨਾਂ ਨੇ ਕਿਹਾ ਕਿ ਜੇ ਸਮਾਲ ਸੇਵਿੰਗ ਸਕੀਮ ਦਾ ਜਿਹੜਾ ਫੰਡ ਕਲੈਕਟ ਹੁੰਦਾ ਵਾ ਠੀਕ ਹੈ ਉਹ ਨੈਸ਼ਨਲ ਸਮਾਲ ਸੇਵਿੰਗ 'ਚ ਜਾਂਦਾ ਵਾ ਜਿਹੜਾ ਕਿ ਪਾਰਟ ਹੈ ਕੰਸੋਲੀਡੇਟ ਆਫ ਫੰਡ ਆਫ ਇੰਡੀਆ ਇਹ ਸਟੇਟਮੈਂਟ ਬਿਲਕੁਲ ਗਲਤ ਹੈ ਠੀਕ ਕਿਉਂਕਿ ਕੰਸੋਲੀਡੇਟ ਫੰਡ ਆਫ ਇੰਡੀਆ 'ਚ ਨਹੀਂ ਜਾਂਦਾ ਇਹ ਪਬਲਿਕ ਅਕਾਊਂਟ ਵਿੱਚ ਜਾਂਦਾ ਠੀਕ ਹੈ ਪਬਲਿਕ ਅਕਾਊਂਟ ਆਫ ਇੰਡੀਆ ਜਾਂਦਾ ਕੰਸੋਲੀਡੇਟ ਫੰਡ ਆਫ ਇੰਡੀਆ ਵਿੱਚ ਕੀ ਹੈ ਜਿਹੜਾ ਸਰਕਾਰ ਪੈਸਾ ਬਜਟ ਲਈ ਹਰ ਸਾਲ ਲੈਂਦੀ ਹੈ ਉਹ ਕੰਸੋਲੀਡੇਟ ਫੰਡ ਆਫ ਇੰਡੀਆ ਜਾਂਦੀ ਇਹਦੇ ਵਿੱਚ ਸਾਰਾ ਦੇਸ਼ ਦਾ ਪੈਸਾ ਹੁੰਦਾ ਇਹਦੇ ਚੋਂ ਹੀ ਜਾਂਦਾ ਠੀਕ ਹੈ ਮੇਨਲੀ ਜੋ ਜਿਹੜਾ ਬਣਦਾ ਵਾ ਠੀਕ ਹੈ ਤੇ ਇਹਨੂੰ ਮਤਲਬ ਬਿਨਾ ਪਾਰਲੀਮੈਂਟ ਦੀ ਪਰਮਿਸ਼ਨ ਤੋਂ ਨਹੀਂ ਲੈ ਸਕਦਾ ਇਸੇ ਕਰਕੇ ਹਰ ਸਾਲ ਬਜਟ ਪਾਸ ਹੁੰਦਾ ਪਰ ਜਿਹੜਾ ਪਬਲਿਕ ਅਕਾਊਂਟ ਆਫ ਇੰਡੀਆ ਵਾ ਠੀਕ ਹੈ ਜਿਹੜਾ ਸਮਾਲ ਸੇਵਿੰਗ ਦਾ ਫੰਡ ਜਾਂਦਾ ਉਹ ਕਿਹਦੇ ਵਿੱਚ ਜਾਂਦਾ ਪਬਲਿਕ ਅਕਾਊਂਟ ਆਫ ਇੰਡੀਆ ਜਾਂਦਾ ਪਬਲਿਕ ਅਕਾਊਂਟ ਆਫ ਇੰਡੀਆ ਠੀਕ ਹੈ ਹੁਣ ਪਬਲਿਕ ਅਕਾਊਂਟ ਆਫ ਇੰਡੀਆ ਨੂੰ ਜਿਹੜਾ ਵਾ ਉਹ ਸਰਕਾਰ ਯੂਜ਼ ਕਰ ਸਕਦੀ ਉਹਦੇ ਲਈ ਪਾਰਲੀਮੈਂਟ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਇਸ ਕਰਕੇ ਇਹਨੂੰ ਪਬਲਿਕ ਅਕਾਊਂਟ ਆਫ ਇੰਡੀਆ ਵਿੱਚ ਰੱਖਿਆ ਗਿਆ ਠੀਕ ਹੈ ਨੈਕਸਟ ਕੁਐਸਚਨ ਹੈ the interest rate of small savings schemes are deregulated hence determined by market force ਇਹ ਦੂਸਰਾ ਕਹਿੰਦਾ ਕਿ ਜਿਹੜਾ ਇੰਟਰਸਟ ਲੱਗਦਾ ਇੱਥੇ ਠੀਕ ਹੈ ਜਿਹੜਾ ਫੰਡ ਤੇ ਜਿਹੜਾ ਇੰਟਰਸਟ ਲੱਗਦਾ ਵਾ ਉਹ ਮਾਰਕੀਟ ਦੀ ਵੈਲਿਊ ਦੇ ਅਕੋਰਡਿੰਗ ਲੱਗਦਾ ਕਿ ਜਿਹੜਾ ਮਾਰਕੀਟ 'ਚ ਕੀ ਪ੍ਰਾਈਸ ਚੱਲਣ ਦਿਆ ਠੀਕ ਹੈ ਸਟੇਟਮੈਂਟ ਬਿਲਕੁਲ ਗਲਤ ਹੈ ਠੀਕ ਹੈ ਜਿਹੜਾ ਇੰਟਰਸਟ ਡਿਸਾਈਡ ਹੁੰਦਾ ਗਵਰਨਮੈਂਟ ਸਿਕਿਉਰਿਟੀਜ਼ ਤੇ ਡਿਸਾਈਡ ਹੁੰਦਾ ਕਿ ਗਵਰਨਮੈਂਟ ਸਿਕਿਉਰਿਟੀ ਜਿਹੜਾ ਜੀਲਡ ਹੈ ਗਵਰਨਮੈਂਟ ਸਿਕਿਉਰਿਟੀ ਜੀਲਡ ਹੈ ਜਿਹੜਾ ਉਹ ਪਿਛਲੇ 3 ਮਹੀਨਿਆਂ ਵਿੱਚ ਕਿੰਨਾ ਸੀ ਗਵਰਨਮੈਂਟ ਸਿਕਿਉਰਿਟੀ ਗਵਰਨਮੈਂਟ ਸਿਕਿਉਰਿਟੀ ਜੀਲਡ ਠੀਕ ਹੈ ਗਵਰਨਮੈਂਟ ਸਿਕਿਉਰਿਟੀ ਇਹ ਮੈਂ ਤੁਹਾਨੂੰ ਟੌਪਿਕ ਇਕਨੋਮਿਕਸ ਵਿੱਚ ਕਰਾਇਆ ਸੀ ਕਿ ਕਿਹੜੀ ਸਿਕਿਉਰਿਟੀ ਹੁੰਦੀ ਆ ਠੀਕ ਹੈ ਕਿਹੜੀ ਗਵਰਨਮੈਂਟ ਸਿਕਿਉਰਿਟੀ ਪ੍ਰਾਈਵੇਟ ਸਿਕਿਉਰਿਟੀ ਟ੍ਰੈਜ਼ਰ ਸਿਕਿਉਰਿਟੀ ਅਲੱਗ-ਅਲੱਗ ਕਰਵਾਈਆਂ ਸੀ ਉਹ ਗਵਰਨਮੈਂਟ ਸਿਕਿਉਰਿਟੀ ਸਿੰਪਲ ਲੈਂਗੁਏਜ ਜਿੱਦਾਂ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਹੈ ਠੀਕ ਹੈ ਉਹ ਤੁਹਾਡੀ ਇੱਕ ਸਿਕਿਉਰਿਟੀ ਹੈ ਉਹਦੇ ਗਵਰਨਮੈਂਟ ਦੇ ਪੇਪਰ ਹੁੰਦੇ ਆ ਠੀਕ ਹੈ ਉਹਦੇ ਬਦਲੇ ਤੁਸੀਂ ਮਤਲਬ ਕਿ ਇਨਵੈਸਟਮੈਂਟ ਕਰ ਸਕਦੇ ਹੋ ਪੈਸੇ ਲੈ ਸਕਦੇ ਜਾਂ ਬੈਂਕ ਕੀ ਕਰਦੇ ਦੂਸਰੀ ਕੰਪਨੀਆਂ ਜਿੱਦਾਂ ਆਰਬੀਆਈ ਹੈ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਅਗਰ ਪੈਸੇ ਲੈਣੇ ਬੈਂਕਾਂ ਤੋਂ ਤੇ ਉਹ ਗਵਰਨਮੈਂਟ ਸਿਕਿਉਰਿਟੀਆਂ ਵੇਚ ਦਿੰਦੀ ਹੈ ਜਾਂ ਗਵਰਨਮੈਂਟ ਸਿਕਿਉਰਿਟੀ ਗਿਰਵੀ ਰੱਖ ਦਿੰਦੀ ਆ ਤੇ ਇਹਦੇ ਵਿੱਚ ਵੀ ਕੀ ਹੈ ਕਿ ਜਿਹੜਾ ਇੰਟਰਸਟ ਰੇਟ ਡਿਸਾਈਡ ਕੀਤਾ ਜਾਂਦਾ ਸਮਾਲ ਸੇਵਿੰਗ ਫੰਡ ਤੇ ਉਹ ਵੀ ਗਵਰਨਮੈਂਟ ਸਿਕਿਉਰਿਟੀ ਤੇ ਜੀਲਡਸ ਹੁੰਦਾ ਕਿ ਜੇ ਪ੍ਰਾਈਸ ਜ਼ਿਆਦਾ ਵਾ ਜੀਲਡ ਹਮੇਸ਼ਾ ਆਪੋਜ਼ਿਟ ਹੁੰਦਾ ਵਾ ਪ੍ਰਾਈਸ ਦੇ ਠੀਕ ਹੈ ਇਕਨੋਮਿਕਸ ਵਿੱਚ ਅਸੀਂ ਕੀਤਾ ਸੀ ਕਿ ਅਗਰ ਜਿੰਨੀ ਜ਼ਿਆਦਾ ਮਤਲਬ ਕੋਈ ਬੌਂਡ ਹੈ ਤੁਸੀਂ ਸ਼ੇਅਰ ਖਰੀਦਿਆ ਅਗਰ ਸ਼ੇਅਰ ਦੀ ਪ੍ਰਾਈਸ ਦੀ ਵੈਲਿਊ ਜ਼ਿਆਦਾ ਵਾ
ठीक है, तो यील्ड उन्ना थले डिग जाएगा। ठीक है, तो ये में सिंपल तो ये याद रखना गवर्नमेंट सिक्योरिटी यील्ड से डिपेंड करता, ना कि मार्केट फोर्स से डिपेंड करता। और इन्हों केड़ा डिपार्टमेंट चलाਉਂਦਾ है स्मॉल सेविंग फंड स्कीम्स ਨੂੰ। ठीक है, ये इंपॉर्टेंट क्वेश्चन है, एग्जाम में पूछा जा सकता है। इन्हों चलाਉਂਦਾ डिपार्टमेंट ऑफ इकोनॉमिक अफेयर्स, डिपार्टमेंट ऑफ इकोनॉमिक्स अफेयर। ठीक है, इकोनॉमिक्स फेयर जो मिनिस्ट्री ऑफ अफेयर के अंडर आंदा। ठीक है, ये सी सन क्वेश्चन। ठीक है, नैक्सट क्वेश्चन असीं करांगे नैक्सट लैक्चर में। वधिया अपनी रिवीजन करो। ठीक है, साडे जिहड़े कोर्स है वह भी अवेलेबल है, फुल कोर्स भी अवेलेबल है कि इक्को बार तुसीं सारे सिलेबस की तैयारी करके उस तो बाद जिहड़े भी एग्जाम है तुसीं दिंदे दे सकते हो। ठीक है, 1 साल का उहदा टाइम हुंदा वा, बहुत ही अफोर्डेबल प्राइस विच है। कोशिश करो, कंसैप्ट करो, और इसी MCQ प्रोवाइड करते रहने हैं टाइम टू टाइम, तो ज़्यादा तो ज़्यादा MCQ सॉल्व करो। ओके, ठीक है, थैंक यू सो मच, अपना ख्याल रखियो।